ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬਵੀਹਾ ਗੁਣਵੰਤੀ ਮਹਿਲ ਪਾਇਆ, ਔਗਣਵੰਤੀ ਦੂਰ ਅੰਤਰ ਤੇਰਾ ਹਰ ਵਸੈ, ਗੁਰਮੁਖ ਸਦਾ ਹਜ਼ੂਰ। ਕੂਕ ਪੁਕਾਰ ਨਾ ਹੋਵਈ, ਨਦਰੀ ਨਦਰ ਨਿਹਾਲ। ਨਾਨਕ ਨਾਮ ਰਤੇ ਸਹਜੇ ਮਿਲੇ, ਗੁਰ ਸ਼ਬਦ ਗੁਰੂ ਕੈ ਕਾਲ। ਕੂਕ ਪੁਕਾਰ ਨਾ ਹੋਵਈ, ਨਦਰੀ ਨਦਰ ਨਿਹਾਲ। ਨਾਨਕ ਨਾਮ ਰਤੇ ਸਹਜੇ ਮਿਲੇ, ਸ਼ਬਦ ਗੁਰੂ ਕੈ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ। ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦੇ ਰਾਗੀ ਜਥੇ ਨੇ ਆਪ ਜੀਆਂ ਨੂੰ ਸਰਵਣ ਕਰਵਾਇਆ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮਲਾਰ ਰਾਗ ਦੇ ਵਿੱਚ ਜੋ ਵਾਰ ਹੈ, ਉਸ ਦੀ ਵਿਚਾਰ ਚੱਲ ਰਹੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਅੱਜ ਦਾ ਜੋ ਸ਼ਲੋਕ ਆਪ ਜੀਆਂ ਨੇ ਸਰਵਣ ਕੀਤਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਸਾਨੂੰ ਸਤਿਗੁਰੂ ਜੀ ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਜੋ ਬਖਸ਼ਿਸ਼ ਕਰ ਰਹੇ ਹਨ, ਬਬੀਹੇ ਨਾ ਪ੍ਰਮਾਣ ਲੈ ਕੇ ਗੱਲ ਜੀਵ ਨੂੰ ਸਮਝਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਕਿ ਪ੍ਰਭੂ ਪਰਮਾਤਮਾ ਦੇ ਨੇੜੇ ਕਿਵੇਂ ਹੋਇਆ ਜਾ ਸਕਦਾ ਹੈ, ਪਰਮਾਤਮਾ ਤੋਂ ਦੂਰ ਕੌਣ ਜਾਂਦਾ ਹੈ, ਪਰਮਾਤਮਾ ਦੇ ਨੇੜੇ ਕੌਣ ਆਉਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਮਨੁੱਖ ਗੁਣਾਂ ਕਰਕੇ ਪਰਮਾਤਮਾ ਦੇ ਨੇੜੇ ਹੁੰਦਾ ਹੈ, ਔਗੁਣਾਂ ਕਰਕੇ ਮਨੁੱਖ ਪਰਮਾਤਮਾ ਤੋਂ ਦੂਰ ਚਲਿਆ ਜਾਂਦਾ ਹੈ।
ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਬਬੀਹਾ ਏ ਜੀਵ ਪਪੀਹੇ, ਗੁਣਵੰਤੀ ਮਹਿਲ ਪਾਇਆ। ਗੁਣਵੰਤੀ ਤੋਂ ਭਾਵ ਹੈ ਜੀਵ ਰੂਪੀ ਇਸਤਰੀ, ਜਿਹਨੇ ਗੁਣਾਂ ਦਾ ਸ਼ਿੰਗਾਰ ਕੀਤਾ ਹੈ, ਉਹਨੂੰ ਪਰਮਾਤਮਾ ਦਾ ਮਹਿਲ ਪ੍ਰਾਪਤ ਹੋ ਗਿਆ। ਔਗਣਵੰਤੀ ਦੂਰ, ਔਗਣ ਕਰਕੇ ਔਗਣਵੰਤੀ ਜੀਵ ਰੂਪੀ ਇਸਤਰੀ ਦੂਰ ਹੋ ਗਈ। ਗੁਰਮੁਖੋ, ਮਨੁੱਖ ਇੱਕ ਗੱਲ ਦਾ ਕਦੀ ਖਿਆਲ ਨਹੀਂ ਕਰਦਾ ਕਿ ਗੁਣ ਤੇ ਔਗਣ ਦੋ ਚੀਜ਼ਾਂ ਨੇ। ਜ਼ਿਆਦਾਤਰ ਲੋਕ ਔਗਣ ਇਕੱਠੇ ਕਰਦੇ ਨੇ, ਗੁਣ ਘੱਟ ਇਕੱਤਰ ਹੁੰਦੇ ਨੇ। ਜੇ ਦੂਜਾ ਪੱਖ ਵੇਖੀਏ ਤੇ ਸਮਾਜ ਦੇ ਅੰਦਰ ਇਉਂ ਕਹਿ ਲਓ, ਮਨੁੱਖ ਨੂੰ ਚੰਗੇ ਕੰਮ ਕਰਨ ਦੇ ਲਈ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਧਾਰਮਿਕ ਤੌਰ ਤੇ ਕਹਿ ਲਓ ਕਿ ਧਾਰਮਿਕ ਸਥਾਨ, ਇਹ ਸਾਰੇ ਬੰਦੇ ਦੇ ਵਾਸਤੇ ਬਣਾਏ ਹੋਏ ਨੇ। ਅੱਜ ਤੱਕ ਦੁਨੀਆ ਦੇ ਵਿੱਚ ਕੋਈ ਅਜਿਹਾ ਸਕੂਲ ਨਹੀਂ, ਕੋਈ ਦੁਨੀਆ ਦੇ ਵਿੱਚ ਇਹੋ ਜਿਹੀ ਯੂਨੀਵਰਸਿਟੀ ਨਹੀਂ, ਦੁਨੀਆ ਵਿੱਚ ਕੋਈ ਵੀ ਇਹੋ ਜਿਹਾ ਕਾਲਜ ਨਹੀਂ ਹੈ, ਜਾਂ ਦੁਨੀਆ ਵਿੱਚ ਕੋਈ ਵੀ ਇਹੋ ਜਿਹੀ ਕਿਤਾਬ ਨਹੀਂ ਹੈ ਜਿਹਦੇ ਵਿੱਚ ਬੰਦੇ ਨੂੰ ਔਗਣ ਸਿਖਾਏ ਜਾਂਦੇ ਹੋਣ, ਬੁਰਾਈਆਂ ਸਿਖਾਈਆਂ ਜਾਂਦੀਆਂ ਹੋਣ। ਕਦੀ ਆਪਾਂ ਵੇਖਿਆ ਹੋਵੇ ਵੀ ਫਲਾਣੇ ਥਾਂ 'ਤੇ ਜੀ ਇੱਕ ਨਵਾਂ ਸਕੂਲ ਖੁੱਲ੍ਹ ਗਿਆ ਅਤੇ ਉਸ ਸਕੂਲ ਦੇ ਵਿੱਚ ਬੁਰਾਈਆਂ ਸਿਖਾਈਆਂ ਜਾਂਦੀਆਂ ਨੇ ਅਤੇ ਲੋਕ ਸਿੱਖਣ ਵਾਸਤੇ ਜਾਂਦੇ ਆ। ਕੋਈ ਹੈ ਦੁਨੀਆ 'ਤੇ ਇਹੋ ਜਿਹਾ ਸਕੂਲ? ਇਹ ਤਾਂ ਸੁਣ ਸਕਦੇ ਆ ਕਿ ਕੋਈ ਨਵਾਂ ਸਕੂਲ ਖੁੱਲ੍ਹ ਗਿਆ, ਕੋਈ ਨਵਾਂ ਕਾਲਜ ਖੁੱਲ੍ਹ ਗਿਆ, ਕੋਈ ਨਵੀਂ ਯੂਨੀਵਰਸਿਟੀ ਖੁੱਲ੍ਹ ਗਈ ਹੈ ਵੀ ਉਹਦੇ ਵਿੱਚ ਆਹ ਖੋਜਾਂ ਹੋ ਰਹੀਆਂ ਨੇ, ਬੰਦੇ ਨੂੰ ਆਹ ਕੁਝ ਉੱਥੇ ਸਿਖਾਇਆ ਜਾਣਾ ਹੈ। ਹੁਣ ਇਹਦਾ ਕੀ ਕਾਰਨ ਹੈ ਕਿ ਜਿਹੜੀਆਂ ਚੀਜ਼ਾਂ ਸਿਖਾਈਆਂ ਨਹੀਂ ਜਾਂਦੀਆਂ ਉਹ ਬਹੁ ਗਿਣਤੀ ਵਿੱਚ ਹੈ, ਜਿਹੜੀਆਂ ਸਿਖਾਈਆਂ ਜਾਂਦੀਆਂ ਨੇ ਉਹ ਘੱਟ ਗਿਣਤੀ ਵਿੱਚ ਨੇ। ਉਹਦੇ ਕਾਰਨ ਨੇ ਕੁਝ। ਭਾਈ ਗੁਰਦਾਸ ਜੀ ਇਸ ਗੱਲ ਨੂੰ ਖੋਲ੍ਹਦੇ ਨੇ। ਭਾਈ ਸਾਹਿਬ ਕਹਿੰਦੇ, ਪਾਣੀ ਚੱਲੈ ਨਿਵਾਣ ਨੂੰ। ਪਾਣੀ ਹਮੇਸ਼ਾ ਨਿਵਾਣ ਵਾਲੇ ਬੰਨੇ ਜਾਂਦਾ ਹੈ, ਅਤੇ ਜਦੋਂ ਪਾਣੀ ਨੂੰ ਅਸੀਂ ਉਚਾਈ 'ਤੇ ਲਿਜਾਣਾ ਹੋਵੇ ਉਦੋਂ ਮਿਹਨਤ ਕਰਨੀ ਪੈਂਦੀ ਹੈ। ਪਾਣੀ ਨੂੰ ਉਚਾਈ ਵਾਲੇ ਬੰਨੇ ਲਿਜਾਣ ਲਈ ਮਿਹਨਤ ਦੀ ਜ਼ਰੂਰਤ ਹੈ। ਪਾਣੀ ਨਿਵਾਣ ਵਾਲੇ ਬੰਨੇ ਲਿਜਾਣ ਦੀ ਤਾਂ ਮਿਹਨਤ ਦੀ ਲੋੜ ਹੀ ਕੋਈ ਨਹੀਂ। ਔਗਣ ਇਕੱਠੇ ਕਰਨ ਲਈ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਅਤੇ ਬੰਦੇ ਨੇ ਗੁਣ ਇਕੱਤਰ ਕਰਨੇ ਅਤੇ ਮਿਹਨਤ ਕਰਨੀ ਪੈਂਦੀ ਹੈ। ਅਤੇ ਦੁਨੀਆ ਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਦੇ ਕੋਲ, ਜਿਵੇਂ ਤਨ ਦੇ ਸ਼ਿੰਗਾਰਨ ਵਾਸਤੇ ਬੰਦਾ ਆਪਣੇ ਤਨ ਉੱਤੇ ਗਹਿਣੇ ਪਾਉਂਦਾ ਹੈ, ਇਹ ਕਾਹਦੇ ਵਾਸਤੇ? ਬਾਹਰੀ ਤੌਰ 'ਤੇ ਬੰਦਾ ਸੋਹਣਾ ਲੱਗੇ। ਸਾਹਿਬ ਜੀ ਕਹਿੰਦੇ, ਜਿਵੇਂ ਬਾਹਰੀ ਤੌਰ 'ਤੇ ਬੰਦਾ ਸੋਹਣਾ ਬਣਨ ਲਈ ਆਪਣੇ ਤਨ 'ਤੇ ਸ਼ਿੰਗਾਰ ਕਰਦਾ ਹੈ, ਆਪਣੇ ਤਨ ਨੂੰ ਗਹਿਣਿਆਂ ਨਾਲ ਸਜਾਉਂਦਾ ਹੈ, ਅਤੇ ਹੁਣ ਗਹਿਣੇ ਹਰੇਕ ਬੰਦੇ ਕੋਲ ਤੇ ਆ ਹੀ ਨਹੀਂ ਸਕਦੇ। ਗਹਿਣਿਆਂ ਦੇ ਵਾਸਤੇ ਮਿਹਨਤ ਤਾਂ ਕਰਨੀ ਪਏਗੀ ਨਾ। ਬੰਦਾ ਮਿਹਨਤ ਕਰੇਗਾ, ਮਿਹਨਤ ਕਰਕੇ ਹੀ ਕੋਈ ਸੋਨਾ ਆਦਿਕ ਹੀਰੇ ਇਕੱਤਰ ਕਰ ਸਕਦਾ ਹੈ। ਸਾਹਿਬ ਜੀ ਕਹਿੰਦੇ, ਜਿਸ ਤਰ੍ਹਾਂ ਬੰਦੇ ਨੇ ਆਪਣੇ ਬਾਹਰੀ ਤਨ ਨੂੰ ਸ਼ਿੰਗਾਰਨ ਲਈ ਮਿਹਨਤ ਕਰਕੇ ਜਿਹੜਾ ਹੈ ਗਹਿਣੇ ਇਕੱਤਰ ਕੀਤੇ, ਬੰਦੇ ਨੇ ਆਪਣੇ ਮਨ ਦੇ ਸ਼ਿੰਗਾਰਨ ਵਾਸਤੇ ਵੀ ਮਿਹਨਤ ਕਰਨੀ ਪਏਗੀ। ਤਾਂ ਮਨ ਦੇ ਸ਼ਿੰਗਾਰਨ ਵਾਸਤੇ ਮਿਹਨਤ ਕਾਹਦੀ ਕਰਨੀ ਪਏਗੀ? ਗੁਣਾਂ ਦੀ। ਚੰਗੇ ਗੁਣ ਗ੍ਰਹਿਣ ਕਰਨੇ ਪੈਣਗੇ। ਸਤਿਗੁਰਾਂ ਦੀ ਬਾਣੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਆਮ ਤੌਰ 'ਤੇ ਜੋ ਸੰਸਾਰੀ ਬਿਰਤੀ ਹੈ ਉਹਦਾ ਜ਼ਿਕਰ ਕਰਦਿਆਂ ਮੇਰੇ ਸਾਹਿਬ ਜੀ ਨੇ ਕਿਹਾ, ਲੋਕ ਅਵਗਣਾ ਕੀ ਬੰਨ੍ਹੈ ਗੰਠੜੀ। ਸਾਹਿਬ ਕਹਿੰਦੇ, ਦੁਨੀਆ ਵਿੱਚ ਵੇਖੋ ਤੇ ਦੁਨੀਆ ਔਗਣਾਂ ਦੀਆਂ ਗੰਢਾਂ ਬੰਨ ਕੇ ਲਈ ਤੁਰੇ ਜਾਂਦੇ ਨੇ। ਲੋਕ ਅਵਗਣਾ ਕੀ ਬੰਨ੍ਹੈ ਗੰਠੜੀ, ਗੁਣ ਨਾ ਵਿਹਾਜੈ ਕੋਏ, ਗੁਣਾ ਕਾ ਗਾਹਕ ਵਿਰਲਾ ਨਾਨਕਾ ਕੋਈ ਹੋਏ। ਕੋਈ ਵਿਰਲਾ ਗਾਹਕ ਹੈ ਜਿਹੜਾ ਗੁਣਾਂ ਨੂੰ ਇਕੱਤਰ ਕਰਦਾ ਹੈ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਜਿੰਨੇ ਮਨੁੱਖ ਨੂੰ ਔਗਣ ਇਕੱਤਰ ਕਰੀ ਜਾਏਗਾ ਉਹਨੇ ਜੰਜਾਲ ਬਣ ਜਾਣਗੇ, ਉਹਨੇ ਇਹਦੇ ਵਾਸਤੇ ਫਾਹੀਆਂ ਦਾ ਕੰਮ ਕਰਨਗੇ। ਸਾਹਿਬ ਜੀ ਦੇ ਬਚਨ ਨੇ, ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ। ਸਾਹਿਬ ਕਹਿੰਦੇ, ਗਲਾਂ ਵਿੱਚ ਸੰਗਲਾਂ ਦਾ ਕੰਮ ਕਰਦੇ ਨੇ ਔਗਣ, ਪਰ ਇਹਨਾਂ ਨੂੰ ਕੱਟਣ ਦਾ ਇੱਕ ਤਰੀਕਾ ਹੈ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਕਹਿਣ ਲੱਗੇ, ਜੇ ਗੁਣ ਕੋਲ ਹੋਣ ਤੇ ਇਹ ਗੁਣ ਜਿੰਨੇ ਇਕੱਤਰ ਹੁੰਦੇ ਜਾਣ, ਔਗਣ ਉਨੇ ਹੀ ਦੂਰ ਹੁੰਦੇ ਜਾਂਦੇ। ਤੁਸੀਂ ਦੇਖੋ, ਬੰਦਾ ਕਿਸੇ ਦੇ ਕੋਲੇ 2-4 ਘੜੀਆਂ ਬੈਠਦਾ ਹੈ, 2-4 ਘੜੀਆਂ ਬੈਠਣ ਤੋਂ ਬਾਅਦ ਜੇ ਉਸ ਬੰਦੇ ਨੂੰ ਇਹ ਮਹਿਸੂਸ ਹੋਣ ਲੱਗ ਪਏ ਕਿ ਇਸ ਬੰਦੇ ਕੋਲੇ ਬਹਿਣ ਦਾ ਮੈਨੂੰ ਕੋਈ ਲਾਭ ਨਹੀਂ, ਇਸ ਬੰਦੇ ਦੇ ਕੋਲੋਂ ਜੋ ਕੁਝ ਮੈਂ ਇਹਦੇ ਕੋਲੇ ਬੈਠਦਾ ਹਾਂ, ਇਹਦੇ ਕੋਲੋਂ ਮੈਨੂੰ ਚੰਗੀ ਗੱਲ ਕੋਈ ਮਿਲਦੀ ਨਹੀਂ, ਅਤੇ ਚੰਗੀ ਗੱਲ ਨਾ ਮਿਲਣ ਕਰਕੇ ਬੰਦਾ ਕਿੰਨੇ ਕੁ ਦਿਨ ਉਹਦੇ ਕੋਲੇ ਬਹੇਗਾ? 1 ਦਿਨ ਬੈਠ ਜਾਏਗਾ, 2 ਦਿਨ ਬੈਠ ਜਾਏਗਾ, ਤੀਜੇ ਦਿਨ ਬੰਦਾ ਆਪਣਾ ਰਸਤਾ ਬਦਲ ਲਏਗਾ, ਆਸੇ ਪਾਸੇ ਹੋ ਜਾਏਗਾ।
ਹੁਣ ਇਹ ਗੱਲ ਜੇ ਅਸੀਂ ਦੁਨਿਆਵੀ ਤੌਰ ਤੇ ਵੇਖਦੇ ਹਾਂ ਢੁਕਦੀ ਹੈ, ਤੇ ਰੱਬ ਵਾਲੇ ਬੰਨੇ ਵੀ ਇਹੀ ਢੁਕਦੀ ਹੈ। ਜੇ ਰੱਬ ਦੇ ਨੇੜੇ ਹੋਣਾ ਹੈ ਤੇ ਰੱਬ ਗੁਣਾਂ ਨੂੰ ਪਿਆਰ ਕਰਦਾ ਹੈ, ਔਗੁਣਾਂ ਨੂੰ ਨਹੀਂ। ਗੁਣ ਜਿੰਨੇ ਵੀ ਇਕੱਤਰ ਹੁੰਦੇ ਜਾਣਗੇ, ਬੰਦਾ ਰੱਬ ਦੇ ਨੇੜੇ ਤੁਰਿਆ ਜਾਏਗਾ। ਸਬਰ, ਸੰਤੋਖ, ਦਇਆ, ਧਰਮ, ਧੀਰਜ, ਪਰਉਪਕਾਰ, ਇਹਨੂੰ ਚੰਗੇ ਗੁਣਾਂ 'ਚ ਲਿਆ ਜਾਂਦਾ ਹੈ। ਤੇ ਜਿਹੜੇ ਔਗਣ ਨੇ ਉਹਨੂੰ ਲਿਆ ਜਾਂਦਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਚੁਗਲੀ, ਨਿੰਦਿਆ, ਦਵੈਸ਼, ਈਰਖਾ, ਇਹ ਆਦਿਕ ਔਗਣ ਨੇ। ਸਾਹਿਬ ਜੀ ਕਹਿੰਦੇ ਨੇ ਜੇ ਤੂੰ ਗੁਣਾਂ ਨੂੰ ਇਕੱਤਰ ਕਰੀ ਚੱਲੇ ਤੋ ਰੱਬ ਦੇ ਨੇੜੇ ਹੁੰਦਾ ਜਾਏਗਾ। ਜਿੰਨੇ ਔਗਣ ਵੱਧਦੇ ਜਾਣਗੇ ਰੱਬ ਤੋਂ ਦੂਰ ਹੁੰਦਾ ਜਾਏਗਾ। ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਪ੍ਰੇਰਨਾ ਦਿੰਦੀ ਹੈ। ਸਾਹਿਬ ਜੀ ਕਹਿੰਦੇ ਨੇ ਗੁਣਾ ਕਾ ਹੋਵੈ ਵਾਸੁਲਾ, ਕੱਢ ਵਾਸ ਲਈਜੈ। ਵਾਸੁਲਾ ਕਹਿੰਦੇ ਨੇ ਉਸ ਚੀਜ਼ ਨੂੰ ਜਿਹਦੇ ਵਿੱਚ ਖੁਸ਼ਬੂ ਵਾਸਤੇ, ਸੁਗੰਧੀ ਵਾਸਤੇ ਪਾਈ ਜਾਂਦੀ ਹੈ ਡੱਬੀ ਆਦਿਕ। ਜਿਵੇਂ ਆਪਾਂ ਕਹਿ ਸਕਦੇ ਕਿ ਜਿਵੇਂ ਸੈਂਟ ਹੈ ਉਹ ਸ਼ੀਸ਼ੀ 'ਚ ਪਾਇਆ ਜਾਂਦਾ। ਸਾਹਿਬ ਜੀ ਕਹਿੰਦੇ ਨੇ ਗੁਣਾਂ ਦਾ ਤੇਰੇ ਕੋਲੇ ਵਾਸਲਾ, ਤੇਰੇ ਕੋਲੇ ਡੱਬੀ ਹੈ ਗੁਣਾਂ ਦੀ, ਤੈਨੂੰ ਵੰਡ ਦੇ ਸਮਾਜ ਦੇ ਅੰਦਰ। ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈਜੈ। ਜੇ ਗੁਣ ਹੋਣ ਸਾਜਨਾ, ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਸਾਹਿਬ ਜੀ ਕਹਿੰਦੇ ਭਾਈ ਸਾਂਝ ਬਣਾਈਏ। ਹੁਣ ਦੁਨੀਆ ਵਿੱਚ ਜੇ ਆਪਾਂ ਦੂਜਾ ਪੱਖ ਇਹ ਵੀ ਨਾਲ ਲੈ ਲਈਏ ਕਿ ਹਰ ਇਨਸਾਨ ਦੇ ਅੰਦਰ ਗੁਣ ਵੀ ਨੇ, ਔਗਣ ਵੀ ਨੇ। ਵੱਖਰੀ ਗੱਲ ਹੈ ਕਿ ਕਿਸੇ ਬੰਦੇ ਅੰਦਰ ਔਗਣ ਜ਼ਿਆਦਾ ਹੁੰਦੇ ਆ, ਗੁਣ ਘੱਟ ਹੁੰਦੇ ਆ। ਕਿਸੇ ਬੰਦੇ ਦੇ ਵਿੱਚ ਗੁਣ ਜ਼ਿਆਦਾ ਤੇ ਔਗਣ ਘੱਟ, ਕਿਸੇ ਵਿੱਚ ਔਗਣ ਜ਼ਿਆਦਾ ਤੇ ਗੁਣ ਘੱਟ ਹੁੰਦੇ। ਪਰ ਇਹ ਹੈ ਚੀਜ਼ਾਂ ਹਰੇਕ ਜੀਵ ਦੇ ਅੰਦਰ ਹੁੰਦੀਆਂ ਨੇ। ਗੁਣ ਤੇ ਔਗਣ ਹਰ ਇੱਕ ਜੀਵ ਦੇ ਅੰਦਰ ਹੈ। ਪਰ ਅਸੀਂ ਜਿਹੜੀ ਸਾਂਝ ਬਣਾਉਣੀ ਹੈ ਉਹ ਗੁਣਾਂ ਦੀ ਬਣਾਉਣੀ ਹੈ, ਔਗਣਾਂ ਦੀ ਸਾਂਝ ਨਹੀਂ ਕਿਸੇ ਨਾਲ ਬਣਾਉਣੀ। ਪਰ ਆਮ ਸਮਾਜ ਵਿੱਚ ਹੁੰਦਾ ਇਹੀ ਹੈ, ਹਰ ਬੰਦਾ ਔਗਣ ਹੀ ਤੱਕਦਾ, ਹਰ ਬੰਦਾ ਔਗਣ ਹੀ ਤੱਕਦਾ ਹੈ, ਔਗਣ ਹੀ ਵੇਖਦਾ ਹੈ, ਪਰ ਗੁਣਾਂ ਵਾਲੇ ਬੰਨੇ ਸਾਂਝ ਬਣਾਉਣ ਦਾ ਯਤਨ ਨਹੀਂ ਕਰਦਾ। ਸਾਹਿਬ ਕਹਿੰਦੇ ਛੱਡ ਇਹਨਾਂ ਚੀਜ਼ਾਂ ਨੂੰ। ਬਾਬਾ ਫਰੀਦ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕਿਹਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਰੱਬ ਦੇ ਨੇੜੇ ਹੋਣਾ ਚਾਹੁੰਦਾ ਹੈ ਤੇ ਇੱਕ ਕੰਮ ਕਰ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਜੇ ਤੂੰ ਬਰੀਕ ਬੁੱਧੀ ਦਾ ਮਾਲਕ ਬਣ ਗਿਆ ਹੈ ਜਾਂ ਬਰੀਕ ਬੁੱਧੀ ਦਾ ਮਾਲਕ ਬਣਨਾ ਚਾਹੁੰਦਾ ਹੈ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿਉਂ ਔਗਣਾਂ ਨੂੰ ਵੇਖ ਵੇਖ ਕੇ, ਔਗਣ ਇਕੱਤਰ ਕਰ ਕਰਕੇ ਕਿਉਂ ਕਾਲਾ ਮਨ ਕਰੀ ਜਾਣਾ ਹੈ। ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜੇ ਤੂੰ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਕਹਿਣ ਲੱਗੇ ਤੂੰ ਆਪਣੇ ਅੰਦਰ ਝਾਤ ਮਾਰ ਕੇ ਜਦੋਂ ਦੇਖੇਗਾ ਫਿਰ ਤੈਨੂੰ ਇਹ ਲੱਗੇਗਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਮਤ ਨਾਨਕ ਤਾਰੈ ਸੋਏ। ਜਦੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਤੇ ਭੱਟ ਸਾਹਿਬਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਕਰਦਿਆਂ ਹੋਇਆਂ ਇਹੀ ਸ਼ਬਦ ਵਰਤਦੇ ਨੇ ਕਿ ਹਮ ਅਵਗੁਣ ਭਰੇ। ਇਹ ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਈ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਭੱਟ ਸਾਹਿਬਾਨ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਔਗਣਾਂ ਦੇ ਭਰੇ ਹੋਏ ਆਏ ਆ ਤੁਹਾਡੇ ਦਰ ਦੇ ਉੱਤੇ ਤੇ ਤੁਸੀਂ ਕਿਰਪਾ ਕਰਕੇ ਸਾਡੇ ਔਗਣਾਂ ਨੂੰ ਨਾ ਚਿਤਾਰਨਾ। ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹੀ ਕਹਿੰਦੀ ਹੈ ਕਿ ਰੱਬ ਪਰਮਾਤਮਾ ਭਾਵੇਂ ਔਗਣ ਕਿਸੇ ਦੇ ਚਿਤਾਰਦਾ ਨਹੀਂ ਹੈ, ਪਰ ਸਾਹਿਬ ਜੀ ਕਹਿੰਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਰੱਬ ਕਿਸੇ ਦੇ ਔਗਣ ਨਹੀਂ ਚਿਤਾਰਦਾ ਤੇ ਬੰਦਾ ਸਾਰੀ ਜ਼ਿੰਦਗੀ ਔਗਣਾਂ 'ਚ ਹੀ ਕੱਢ ਜਾਵੇ। ਬੜਾ ਇੱਕ ਪਿਆਰਾ ਜਿਹਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹਦਾ ਮਤਲਬ ਇਹ ਨਹੀਂ ਕਿ ਜੇ ਪੂਤਨਾ ਜਿਹੜੀ ਸੀ ਉਹ ਉਧਰ ਗਈ, ਕ੍ਰਿਸ਼ਨ ਨੂੰ ਮਾਰਨ ਵਾਸਤੇ ਗਈ ਤੇ ਪਰ ਉਹਦਾ ਉਧਾਰ ਹੋ ਗਿਆ। ਤੇ ਭਾਈ ਗੁਰਦਾਸ ਕਹਿੰਦੇ ਇਹਦਾ ਮਤਲਬ ਇਹ ਥੋੜ੍ਹਾ ਨੂੰ ਜ਼ਹਿਰ ਪਿਆਉਣੀ ਲੋਕਾਂ ਨੂੰ ਤੁਰ ਪੈਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੇਕਰ ਉਧਰੀ ਪੂਤਨਾ ਵਿਉ ਪਿਆਲਣ ਕੰਮ ਨਾ ਚੰਗਾ। ਕਹਿੰਦੇ ਕੰਮ ਤਾਂ ਚੰਗਾ ਨਹੀਂ ਨਾ ਕਿਸੇ ਨੂੰ ਜ਼ਹਿਰ ਪਿਆਉਣਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫੰਦਕ ਉਧਰਿਆ ਆਖੀਐ, ਫਾਹੀ ਪਾਏ ਨਾ ਫੜੀਏ ਟੰਗਾ। ਕਹਿਣ ਲੱਗੇ ਇਹਦਾ ਮਤਲਬ ਇਹ ਨਹੀਂ ਕਿ ਜੇ ਇੱਕ ਸ਼ਿਕਾਰੀ ਦਾ ਉਧਾਰ ਹੋ ਗਿਆ ਤਾਂ ਤੁਸੀਂ ਹੁਣ ਉਹਦੇ ਵਾਂਗੂ ਸ਼ਿਕਾਰ ਕਰਨ ਨਹੀਂ ਤੁਰ ਪਾਵੋ। ਭਾਈ ਸਾਹਿਬ ਜੀ ਦਾ ਕਹਿਣ ਦਾ ਭਾਵ ਹੈ ਕਿ ਹੇ ਪਿਆਰਿਓ, ਜੇ ਕਿਸੇ ਦਾ ਭਲਾ ਹੋ ਗਿਆ, ਜੇ ਕਿਸੇ ਨੂੰ ਰੱਬ ਨੇ ਕਿਰਪਾ ਕਰਕੇ ਮਾਫ ਕਰ ਦਿੱਤਾ ਤੇ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਫਿਰ ਔਗਣ ਤੇ ਗੁਨਾਹ ਹੀ ਕਰੀ ਜਾਵੇ। ਉਹਦੇ ਤੋਂ ਜਿੰਨੀ ਵੀ ਬੰਦੇ ਨੂੰ ਕੋਸ਼ਿਸ਼ ਹੋਵੇ ਬਚਣਾ ਚਾਹੀਦਾ ਔਗਣਾਂ ਤੋਂ। ਅੱਜ ਦੇ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇੜੇ ਹੁੰਨੇ ਆ ਗੁਨਾਹ ਕਰਕੇ ਤੇ ਦੂਰ ਹੁੰਨੇ ਆ ਔਗਣਾਂ ਕਰਕੇ। ਗੁਣ ਜਿੰਨੇ ਵੀ ਬੰਦਾ ਇਕੱਤਰ ਕਰੇਗਾ ਰੱਬ ਦੇ ਨੇੜੇ ਤੁਰਿਆ ਜਾਏਗਾ। ਔਗਣ ਜਿੰਨੇ
ਜਮ੍ਹਾਂ ਹੁੰਦੇ ਜਾਣਗੇ, ਰੱਬ ਤੋਂ ਦੂਰੀ ਬਣਦੀ ਜਾਏਗੀ। ਜਦੋਂ ਅਸੀਂ ਇਤਿਹਾਸਕ ਪੱਖ ਨੂੰ ਨਾਲ ਵੇਖਦੇ ਹਾਂ ਤੇ ਇਤਿਹਾਸ ਵਿੱਚ ਵੀ ਇਹੀ ਚੀਜ਼ ਸਾਹਮਣੇ ਆਉਂਦੀ ਹੈ ਕਿ ਜਿਨ੍ਹਾਂ ਜੀਵਾਂ ਦੇ ਜ਼ਿੰਦਗੀ ਵਿੱਚ ਗੁਣ ਸਨ ਉਹ ਗੁਰੂ ਦੇ ਪ੍ਰਭੂ ਦੇ ਨੇੜੇ ਹੋ ਗਏ, ਜਿਨ੍ਹਾਂ ਅੰਦਰ ਔਗਣ ਵੱਧਦੇ ਗਏ ਉਹ ਰੱਬ ਤੋਂ ਜਾਂ ਗੁਰੂ ਤੋਂ ਦੂਰ ਹੁੰਦੇ ਗਏ। ਜਦੋਂ ਅਸੀਂ ਇਸ ਚੀਜ਼ ਨੂੰ ਤੱਕਦੇ ਹਾਂ ਕਿ ਗੁਰੂ ਘਰਾਂ ਦੇ ਅੰਦਰ ਹੀ ਵੇਖ ਲਓ ਤੁਸੀਂ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਪੁੱਤਰ ਨੇ। ਵੱਡੇ ਨੇ ਬਾਬਾ ਪ੍ਰਿਥੀ ਚੰਦ ਜੀ, ਛੋਟੇ ਨੇ ਮਹਾਦੇਵ ਜੀ, ਸਭ ਤੋਂ ਛੋਟੇ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਹੁਣ ਜਿੰਨੇ ਗੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਜਿੰਨੇ ਪ੍ਰਾਪਤ ਕੀਤੇ, ਹੁਣ ਮੈਂ ਕਈ ਵਾਰ ਦੇਖਦਾ ਹਾਂ ਕਿ ਗੁਰੂ ਅਮਰਦਾਸ ਮਹਾਰਾਜ 3 ਦੋਤੇ ਨੇ। ਕਿ ਗੁਰੂ ਅਮਰਦਾਸ ਮਹਾਰਾਜ ਜੀ ਤਿੰਨਾਂ ਦਾ ਵਿਤਕਰਾ ਕਰਦੇ ਸਨ ਵੀ ਪ੍ਰਿਥੀ ਚੰਦ ਜਾਂ ਮਹਾਦੇਵ ਉਹਨਾਂ ਨਾਲ ਕੋਈ ਵਿਤਕਰਾ ਸੀ ਉਹਨਾਂ ਦਾ, ਉਹ ਵੀ ਗੁਰੂ ਅਮਰਦਾਸ ਦੀ ਗੋਦ ਮਾਣਦੇ ਸਨ। ਪ੍ਰਿਥੀ ਚੰਦ ਤੇ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਵੀ ਮਾਣਦੇ ਸਨ। ਕੀ ਕਾਰਨ ਬਣਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਛੋਟੇ ਦੋਤੇ ਨੂੰ ਇਹ ਕਹਿ ਦਿੱਤਾ ਕਿ ਦੁਹਤਾ ਬਾਣੀ ਕਾ ਬੋਹਤਾ। ਇਹਦਾ ਮਤਲਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਵਿੱਚ ਖੇਡਦੇ ਭਾਵੇਂ ਤਿੰਨੋਂ ਹੀ ਦੋਤੇ ਨੇ, ਪਰ ਇੱਕ ਹੈ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ ਦਿਨੋਂ ਦਿਨ ਗੁਣ ਲੈ ਲੈ ਕੇ ਆਪਣੀ ਜ਼ਿੰਦਗੀ ਨੂੰ, ਆਪਣੇ ਮਨ ਨੂੰ, ਆਪਣੀ ਆਤਮਾ ਨੂੰ ਸ਼ਿੰਗਾਰੀ ਜਾ ਰਿਹਾ ਹੈ, ਤੇ ਇੱਕ ਉਹ ਹੈ ਜਿਹੜਾ ਗੁਣ ਕੋਈ ਲੈ ਹੀ ਨਹੀਂ ਰਿਹਾ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਕਾਇਦਾ ਸ਼ਬਦ ਕਿਹਾ ਬਾਬਾ ਪ੍ਰਿਥੀ ਚੰਦ ਦੇ ਸੰਬੰਧ ਵਿੱਚ ਕਿ ਪ੍ਰਿਥੀ ਚੰਦ ਨੇ ਕੋਈ ਗੁਣ ਧਾਰਨ ਨਹੀਂ ਕੀਤਾ, ਜਿਹਦਾ ਕਾਰਨ ਇਹ ਬਣਿਆ ਕਿ ਗੁਰੂ ਤੋਂ ਦੂਰੀ ਬਣ ਗਈ ਉਹਦੀ। ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਕਾਹੇ ਕੂਤ ਝਗੜਤ ਹਉ ਸੰਗ ਬਾਪ। ਇਹ ਬੇਟਾ, ਇਹ ਪੁੱਤਰ ਜੀ, ਕਿਉਂ ਤੁਸੀਂ ਝਗੜਾ ਕਰਦੇ ਹੋ, ਕਿਉਂ ਬਖੇੜਾ ਕਰਦੇ ਹੋ? ਜਿਨ ਕੇ ਜਣੇ ਬਢੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸ਼ਿਆ ਵੱਡਾ ਕੀਤਾ, ਬੇਟਾ ਉਹਦੇ ਨਾਲ ਝਗੜਨਾ ਠੀਕ ਨਹੀਂ। ਇਹਦਾ ਮਤਲਬ ਬਾਬਾ ਪ੍ਰਿਥੀ ਚੰਦ ਨੂੰ, ਜੇ ਗੁਰੂ ਰਾਮਦਾਸ ਮਹਾਰਾਜ ਜੀ ਇਹ ਗੱਲ ਕਹਿ ਰਹੇ ਨੇ, ਇਹਦਾ ਮਤਲਬ ਇਹ ਆ ਵੀ ਬਾਬਾ ਪ੍ਰਿਥੀ ਚੰਦ ਆਪਣੇ ਅੰਦਰ ਔਗਣ ਜਿਹੜਾ ਸੀ ਉਹ ਵਧਾ ਰਿਹਾ ਸੀ, ਗੁਣ ਘਟਾ ਰਿਹਾ ਸੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ ਹੀ ਗੁਣਾਂ ਦਾ ਸਮੁੰਦਰ, ਗੁਣਾਂ ਦਾ ਸਾਗਰ ਨੇ। ਤੋ ਇਸ ਤਰ੍ਹਾਂ ਕਰਕੇ ਸਾਨੂੰ ਇਹ ਸਮਝ ਆਉਂਦੀ ਹੈ ਕਿ ਗੁਰੂ ਦੇ ਨੇੜੇ ਰਹਿ ਕੇ, ਗੁਰੂ ਘਰਾਂ ਦੇ ਵਿੱਚ ਗੁਰੂ ਦੇ ਪੁੱਤਰ ਵੀ ਬਣ ਕੇ ਜੇ ਉਹਨਾਂ ਨੇ ਵੀ ਗੁਣ ਧਾਰਨ ਨਹੀਂ ਕੀਤੇ ਤੇ ਗੁਰੂ ਤੋਂ ਦੂਰੀ ਉਹਨਾਂ ਦੀ ਵੀ ਬਣ ਗਈ, ਰਾਮ ਰਾਏ ਦੀ ਬਣੀ ਰਹੀ, ਧੀਰ ਮੱਲੀਏ ਦੀ ਬਣੀ ਰਹੀ। ਇਹ ਸਾਰੇ ਗੁਣ ਨਹੀਂ ਇਕੱਤਰ ਕਰ ਸਕੇ, ਔਗੁਣ ਹੀ ਇਕੱਤਰ ਕਰਦੇ ਰਹੇ, ਜਿਹਦਾ ਕਰਕੇ ਗੁਰੂ ਤੋਂ, ਗੁਰੂ ਦੇ ਪੁੱਤਰ ਹੁੰਦੇ ਵੀ, ਗੁਰੂ ਦੇ ਭਰਾ ਹੁੰਦੇ ਵੀ ਗੁਰੂ ਤੋਂ ਦੂਰ ਹੀ ਰਹਿ ਗਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਭਾਈ ਆਓ ਬਬੀਹੇ ਰੂਪ ਜੀਵ ਨੂੰ ਕਹਿ ਰਹੇ ਨੇ, ਬਬੀਹਾ ਗੁਣਵੰਤੀ ਮਹਿਲ ਪਾਈਐ। ਐ ਜੀਵ ਰੂਪੀ ਪਪੀਹੇ, ਜੇ ਤੂੰ ਪ੍ਰਭੂ ਦਾ ਮਹਿਲ, ਪ੍ਰਭੂ ਦਾ ਘਰ ਪਾਉਣਾ ਚਾਹੁੰਦਾ ਹੈ, ਉਹਦੇ ਘਰ 'ਚ ਪ੍ਰਵਾਨ ਹੋਣਾ ਚਾਹੁੰਦਾ ਹੈ, ਤਾਂ ਤੈਨੂੰ ਗੁਣਵੰਤੀ ਬਣਨਾ ਪਏਗਾ, ਭਾਵ ਤੈਨੂੰ ਗੁਣਾਂ ਦਾ ਸ਼ਿੰਗਾਰ ਕਰਨਾ ਪਏਗਾ। ਔਗਣਵੰਤੀ ਦੂਰ, ਐ ਜੀਵ ਰੂਪੀ ਪਪੀਹੇ, ਤੂੰ ਔਗਣਾ ਕਰਕੇ ਦੂਰ ਹੋ ਜਾਂਦਾ ਹੈ ਪਰਮਾਤਮਾ ਤੋਂ। ਅੰਤਰ ਤੇਰੇ ਹਰ ਵਸੈ, ਗੁਰਮੁਖ ਸਦਾ ਹਜ਼ੂਰ। ਸਾਹਿਬ ਕਹਿੰਦੇ ਨੇ ਤੇਰੇ ਅੰਤਰ ਭਾਵ ਕਿ ਤੇਰੇ ਅੰਦਰ ਹਰੀ ਪਰਮਾਤਮਾ ਅੰਦਰ ਹੀ ਤੇਰੇ ਵਸਦਾ ਪਿਆ ਹੈ, ਪਰ ਉਹ ਸਮਝ ਕਿਵੇਂ ਪਵੇ? ਗੁਰਮੁਖ ਸਦਾ ਹਜ਼ੂਰ, ਗੁਰੂ ਦੇ ਰਾਹੀਂ ਇਹ ਸਮਝ ਆਉਂਦੀ ਹੈ ਕਿ ਉਹ ਹਾਜ਼ਰ ਨਾਜ਼ਰ ਹੈ। ਗੁਰੂ ਦੇ ਰਾਹੀਂ ਪਤਾ ਚੱਲਦਾ ਕਿ ਉਹ ਅੰਤਰ ਆਤਮੇ ਜਿਹੜਾ ਪਰਮਾਤਮਾ ਅੰਦਰ ਹੈ ਉਹੀ ਬਾਹਰ ਹੈ। ਇਹ ਸਮਝ ਗੁਰੂ ਦੇ ਰਸਤੇ ਉੱਤੇ ਚੱਲ ਕੇ ਹੀ ਜੀਵ ਨੂੰ ਆਉਂਦੀ ਹੈ। ਕੂਕ ਪੁਕਾਰ ਨ ਹੋਵਈ, ਨਦਰੀ ਨਦਰ ਨਿਹਾਲ। ਸਾਹਿਬ ਕਹਿੰਦੇ ਨੇ ਜੇ ਤੂੰ ਉਹਦੀ ਨਦਰ ਦਾ ਪਾਤਰ ਬਣ ਜਾਏ ਨਾ, ਫਿਰ ਤੈਨੂੰ ਪੁਕਾਰਾਂ ਕਰਨ ਦੀ ਲੋੜ ਨਹੀਂ ਪੈਣੀ, ਫਿਰ ਤੈਨੂੰ ਜਿਹੜਾ ਹੈ ਉਹ ਬੇਨਤੀਆਂ ਕਰਨ ਦੀ ਲੋੜ ਨਹੀਂ ਪੈਣੀ। ਇਹਦਾ ਮਤਲਬ ਇਹ ਬਣਦਾ ਕਿ ਮਨੁੱਖ ਨੇ ਗੁਰੂ ਦੀ, ਪ੍ਰਭੂ ਦੀ ਨਿਗਾਹ ਦੇ ਪਾਤਰ ਬਣਨਾ ਹੈ। ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਜੇ ਬੰਦਾ ਗੁਰੂ ਦੀ, ਪ੍ਰਭੂ ਦੀ ਨਿਗਾਹ ਦਾ ਪਾਤਰ ਨਹੀਂ ਬਣਿਆ ਤੇ ਬਾਹਰੀ ਤੌਰ ਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹਦੀ ਕੋਲੇ ਇੰਨਾ ਕੁਝ ਹੋਵੇ, ਲੰਮੀ ਉਮਰ ਹੋਵੇ, ਲੋਕ ਉਹਦਾ ਜਸ ਕਰਦੇ ਹੋਣ, ਲੋਕ ਉਹਦੀ ਪ੍ਰਭਤਾ ਕਰਦੇ ਹੋਣ, ਲੋਕ ਉਹਦੀ ਵਡਿਆਈ ਕਰਦੇ ਹੋਣ, ਉਹ ਭਾਵੇਂ ਰਾਜ ਭਾਗ ਵੀ ਮਾਣਦਾ ਹੋਵੇ, ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਰੱਬ ਦੀ ਨਿਗਾਹ ਦਾ ਪਾਤਰ ਨਹੀਂ ਬਣਿਆ ਤਾਂ ਐਸਾ ਜਿਹੜਾ ਜੀਵ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਦਾ ਇੰਨਾ ਕੁਝ ਕੋਲ ਹੁੰਦਿਆਂ ਵੀ ਕਹਿ ਲਓ ਕਿ ਉਹ ਕੰਗਾਲ ਹੀ ਹੈ। ਸਤਿਗੁਰੂ ਨਾਨਕ ਸਾਹਿਬ ਦਾ ਬਚਨ ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ।
ਜੇ ਤਿਸ ਨਦਰ ਨਾ ਆਵੇ, ਜੇ ਉਹਦੀ ਨਦਰ ਦੇ ਪਾਤਰ ਨਹੀਂ ਬਣਿਆ ਉਹ ਜੀਵ, ਤਾਂ ਬਾਤ ਨਾ ਪੁੱਛੈ ਕਿ ਉਹਦੀ ਬਾਤ ਪੁੱਛਣ ਵਾਲਾ ਕੋਈ ਨਹੀਂ। ਫਿਰ ਐਸੇ ਜੀਵ ਨੂੰ ਰੱਬ ਜਦੋਂ ਦੋਸ਼ ਉਹਦੇ ਤੇ ਮੜਦਾ ਹੈ, ਕਿਹੜਾ ਦੋਸ਼ ਮੜਿਆ? ਸਾਹਿਬ ਜੀ ਕਹਿੰਦੇ ਨੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ। ਦੋਸ਼ ਧਰੇ, ਇਸ ਕਰਕੇ ਉਹਦੇ ਤੇ ਦੋਸ਼ ਲੱਗ ਗਿਆ ਕਿ ਜੇ ਇੰਨਾ ਕੁਝ ਤੇਰੇ ਕੋਲੇ ਸੀ ਤੇ ਜਿੰਨੇ ਇੰਨਾ ਕੁਝ ਦਿੱਤਾ ਸੀ ਤੂੰ ਉਹਨੂੰ ਉਹਦੀ ਨਿਗਾਹ ਦੇ ਪਾਤਰ ਹੀ ਨਹੀਂ ਬਣਿਆ, ਭਾਵ ਕਿ ਉਸ ਪ੍ਰਭੂ ਨੂੰ ਯਾਦ ਨਹੀਂ ਕੀਤਾ। ਤੇ ਸਾਹਿਬ ਕਹਿੰਦੇ ਤੂੰ ਫਿਰ ਗੰਦਗੀ ਦੇ ਕੀੜੇ ਵਾਂਗੂ ਹੀ ਹੈ, ਤੁਰਿਆ ਜਾ ਉਧਰ ਹੀ ਜਿੱਧਰੋਂ ਆਇਆ ਪਹਿਲਾਂ ਨਿਕਲ ਕੇ, ਉਸੇ ਹੀ ਜੂਨ ਵਿੱਚ ਫਿਰ ਤੁਰਿਆ ਜਾ, ਭੋਗ ਕੇ ਆ ਫਿਰ ਗੰਦਗੀ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਉਹਦੀ ਨਿਗਾਹ ਦੇ ਪਾਤਰ ਬਣਨਾ ਬੜਾ ਜ਼ਰੂਰੀ। ਧੰਨ ਸ਼੍ਰੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੇ ਚੋਜ ਕੀਤੇ ਮੇਰੇ ਸਾਹਿਬ ਨੇ। ਅੱਜ ਧੰਨ ਸ਼੍ਰੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਇੱਕ ਚੋਜ ਕਰ ਰਹੇ ਨੇ ਤੇ ਉਹਦੇ ਨਾਲ ਬੜੀ ਵੱਡੀ ਸਿੱਖਿਆ ਦੇ ਰਹੇ ਨਿਗਾਹ ਦੀ, ਨਦਰ ਦੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥ ਦੇ ਵਿੱਚ ਇੱਕ ਪੱਥਰ ਦਾ ਟੁਕੜਾ ਫੜਿਆ ਤੇ ਕੁਝ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਰੱਖ ਲਿਆ। ਕਦੀ ਇਸ ਹੱਥ ਵਿੱਚ ਸੱਜੇ 'ਚ ਕਰਦੇ ਆ, ਕਦੀ ਉਹਨੂੰ ਖੱਬੇ 'ਚ ਕਰਦੇ ਆ। ਸੰਗਤ ਬੈਠੀ ਹੈ, ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਸਿੱਖ ਵੀ ਬੈਠੇ ਨੇ, ਭਾਈ ਦਇਆ ਸਿੰਘ ਜੀ ਬੈਠੇ ਨੇ, ਭਾਈ ਨੰਦ ਲਾਲ ਜੀ ਬੈਠੇ ਨੇ, ਹੋਰ ਅਨੇਕਾਂ ਸਿੱਖ ਬੈਠੇ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚੋਜ ਨੂੰ ਦੇਖਦੇ ਪਏ ਨੇ ਤੇ ਸਤਿਗੁਰੂ ਕਦੀ ਪੱਥਰ ਦਾ ਉਹ ਜਿਹੜਾ ਟੁਕੜਾ ਹੈ ਕਦੀ ਖੱਬੇ ਹੱਥ ਤੇ ਕਰ ਲੈਂਦੇ ਆ, ਕਦੀ ਸੱਜੇ ਹੱਥ ਤੇ ਕਰ ਲੈਂਦੇ ਆ। ਇਸ ਤਰ੍ਹਾਂ ਕਰਦਿਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਪੱਥਰ ਦੇ ਟੁਕੜੇ ਨੂੰ ਆਪਣੇ ਹੱਥੋਂ ਛੱਡ ਦਿੱਤਾ। ਤੇ ਜਿਸ ਵੇਲੇ ਛੱਡਿਆ, ਸਤਿਗੁਰੂ ਮਹਾਰਾਜ ਜੀ ਦੇ ਕੋਲ ਇੱਕ ਪਏ ਹੋਏ ਬਰਤਨ ਦੇ ਪਾਣੀ ਵਿੱਚ ਉਹ ਜਿਹੜਾ ਪੱਥਰ ਦਾ ਛੋਟਾ ਜਿਹਾ ਟੁਕੜਾ ਸੀ ਉਹ ਡਿੱਗ ਗਿਆ। ਤੇ ਸਤਿਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਪੁੱਛਦੇ ਨੇ, ਜਿਹੜੇ ਸਿੱਖ ਬੈਠੇ ਸਨ ਸਤਿਗੁਰਾਂ ਦੇ ਕੋਲ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਸਾਡੇ ਹੱਥ ਵਿੱਚ ਇੱਕ ਪੱਥਰ ਦਾ ਟੁਕੜਾ ਸੀ, ਅਸੀਂ ਉਹਦੇ ਨਾਲ ਕਦੀ ਇੱਧਰ ਖੇਡ ਰਹੇ ਸਨ, ਵੀ ਉਹ ਜਦੋਂ ਸਾਡੇ ਹੱਥ ਵਿੱਚੋਂ ਡਿੱਗਿਆ ਉਹ ਇਸ ਪਾਣੀ ਵਿੱਚ ਡਿੱਗਿਆ, ਡੁੱਬ ਕਿਉਂ ਗਿਆ ਹੈ? ਇਹ ਹੁਣ ਸਤਿਗੁਰੂ ਮਹਾਰਾਜ ਜੀ ਨੇ, ਪਤਾ ਤੇ ਸਾਰਿਆਂ ਨੂੰ ਸੀ, ਗੁਰੂ ਸਾਹਿਬ ਨੂੰ ਵੀ ਸਿੱਖਾਂ ਨੂੰ, ਪਰ ਗੁਰੂ ਸਾਹਿਬ ਵੇਖਣਾ ਚਾਹੁੰਦੇ ਸਨ ਕਿ ਇਹਦੇ ਵਿੱਚ ਕਿਹੜੇ ਸਿੱਖ ਦੀ ਕਿੱਦਾਂ ਦੀ ਦ੍ਰਿਸ਼ਟੀ ਹੈ। ਸਤਿਗੁਰੂ ਮਹਾਰਾਜ ਜੀ ਪੁੱਛਦੇ ਨੇ ਤੇ ਕੋਈ ਸਿੱਖ ਕਹਿੰਦਾ, ਮਹਾਰਾਜ ਪੱਥਰ ਹੈ, ਡਿੱਗਣਾ ਹੀ ਸੀ ਉਹਨੇ, ਮਹਾਰਾਜ ਡਿੱਗ ਗਿਆ ਤੇ ਉਹਨੇ ਡੁੱਬਣਾ ਹੀ ਸੀ, ਪੱਥਰ ਡੁੱਬਦੇ ਹੀ ਹੁੰਦੇ ਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਵੱਲੇ ਤੱਕਿਆ ਤੇ ਭਾਈ ਨੰਦ ਲਾਲ ਜੀ ਉਹ ਗੁਰੂ ਕਾ ਸਿੱਖ ਹੈ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਹੁਤ ਤਾਰੀਫ ਲਿਖਦਾ ਹੈ, ਬੜੀ ਸਿਫਤ ਕਰਦਾ ਸਤਿਗੁਰੂ ਮਹਾਰਾਜ ਜੀ ਦੀ। ਕਦੇ ਸਤਿਗੁਰੂ ਮਹਾਰਾਜ ਜੀ ਦੇ ਕੇਸਾਂ ਨੂੰ ਵੇਖ ਕੇ ਤੇ ਭਾਈ ਨੰਦ ਲਾਲ ਜੀ ਕਹਿ ਉੱਠਦੇ ਨੇ ਕਿ ਦੀਨ ਦੁਨੀਆ ਦਰ ਕਮੰਦੇ ਆ ਪਰੇ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਇੱਕ ਜਿਹੜਾ ਵਾਲ ਕੇਸ ਇੱਕ ਹੀ ਹੈ ਨਾ, ਤੁਹਾਡੇ ਕੇਸਾਂ ਦੇ ਜਿਹੜੀਆਂ ਧਾਰੀ ਹੈ, ਕੱਲਾ ਇੱਕ ਵਾਲ ਹੀ ਜਿਹੜਾ ਮਹਾਰਾਜ ਦੋ ਜਹਾਨ ਵੀ ਜੇ ਕੁਰਬਾਨ ਕਰ ਦਈਏ ਤਾਂ ਵੀ ਤੁਹਾਡੇ ਇੱਕ ਵੀ ਰੋਮ ਦਾ ਇੱਕ ਵੀ ਕੇਸ ਦੀ ਕੋਈ ਕੀਮਤ ਪੈ ਨਹੀਂ ਸਕਦੀ। ਇੰਨੀ ਤਾਰੀਫ ਕਰਦੇ ਨੇ ਸਤਿਗੁਰੂ ਮਹਾਰਾਜ ਜੀ। ਸਤਿਗੁਰਾਂ ਨੇ ਭਾਈ ਨੰਦ ਲਾਲ ਜੀ ਵੱਲ ਵੇਖਿਆ ਤੇ ਭਾਈ ਨੰਦ ਲਾਲ ਜੀ ਨੇ ਹੱਥ ਜੋੜੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਇਸ਼ਾਰਾ ਕਰ ਰਹੇ ਹੋ ਕਿ ਮੈਂ ਦੱਸਣ ਦੀ ਕੋਸ਼ਿਸ਼ ਕਰਾਂ। ਭਾਈ ਨੰਦ ਲਾਲ ਜੀ ਕਹਿੰਦੇ, ਮਹਾਰਾਜ ਮੈਨੂੰ ਅਕਲ ਬੁੱਧ ਤੇ ਕੋਈ ਨਹੀਂ, ਪਰ ਤੁਹਾਡੀ ਰਹਿਮਤ ਨਾਲ ਤੁਹਾਡੇ ਚਰਨਾਂ 'ਚ ਰਹਿ ਕੇ ਜੋ ਕੁਝ ਸਮਝ ਆਈ ਹੈ ਮਹਾਰਾਜ, ਮੈਂ ਇਹ ਸਮਝਦਾ ਕਿ ਪੱਥਰ ਦਾ ਟੁਕੜਾ ਜਿਹੜਾ ਤੁਹਾਡੇ ਹੱਥ ਵਿੱਚ ਸੀ, ਇਹਨੂੰ ਕੋਈ ਦੁਨੀਆ ਦੀ ਤਾਕਤ ਡੋਬ ਨਹੀਂ ਸੀ ਸਕਦੀ, ਨਹੀਂ ਸੀ ਡੁੱਬ ਸਕਦਾ। ਤੇ ਮਹਾਰਾਜ ਕਹਿੰਦੇ ਫਿਰ ਕੀ ਕਾਰਨ ਬਣਿਆ, ਡਿੱਗ ਪਿਆ ਤੇ ਡੁੱਬ ਗਿਆ? ਕਹਿੰਦਾ ਮਹਾਰਾਜ ਤੁਹਾਡੀ ਨਿਗਾਹ ਤੋਂ ਪਾਸੇ ਹੋ ਗਿਆ ਤੇ ਡੁੱਬ ਗਿਆ। ਹੁਣ ਵੇਖੋ ਰਮਜ਼ ਕਿੱਡੀ ਡੂੰਘੀ ਹੈ। ਇਹਦਾ ਕਹਿਣ ਦਾ ਭਾਵ ਸਿਰਫ ਇਹ ਸੀ, ਮਹਾਰਾਜ ਇਸ ਭਵਜਲ ਦੇ ਵਿੱਚ ਡੁੱਬਦੀ ਉਹੀ ਲੁਕਾਈ ਹੈ, ਉਹ ਲੋਕ ਡੁੱਬਦੇ ਜਿਹੜੀ ਤੁਹਾਡੀ ਨਿਗਾਹ ਤੋਂ ਪਾਸੇ ਹੋ ਜਾਂਦੇ ਆ। ਜਿਹੜਾ ਤੁਹਾਡੀ ਨਿਗਾਹ ਦਾ ਪਾਤਰ ਹੋਵੇ ਕਿਵੇਂ ਡੁੱਬ ਸਕਦਾ ਹੈ? ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜੇ ਉਹਦੀ ਨਿਗਾਹ ਦੇ ਪਾਤਰ ਬਣ ਜਾਈਏ ਪ੍ਰਭੂ ਪਰਮਾਤਮਾ ਦੀ, ਤੇ ਸਾਹਿਬ ਜੀ ਕਹਿੰਦੇ ਫਿਰ ਪੁਕਾਰਾਂ ਕਰਨ ਦੀ ਲੋੜ ਨਹੀਂ ਪੈਂਦੀ। ਫਿਰ ਤਾਂ ਉਹ ਪ੍ਰਭੂ ਪਰਮਾਤਮਾ ਬਾਰੇ ਸਮਝ ਹੀ ਆ ਜਾਂਦੀ ਹੈ ਕਿ ਕਿਹਦੇ ਅੱਗੇ ਪੁਕਾਰ ਕਰਾਂ, ਉਹ ਤੇ ਅੰਦਰ ਹੀ ਬੈਠਾ ਹੋਇਆ ਹੈ, ਕਿਹਨੂੰ ਬੁਲਾਉਣਾ ਤੇ ਕਿਹਨੂੰ ਪੁਕਾਰਨਾ ਹੈ। ਸਾਹਿਬ ਜੀ ਕਹਿੰਦੇ ਨੇ ਇਹ ਜਦੋਂ ਉਸ ਦੀ ਨਿਗਾਹ ਦੀ ਸਮਝ ਆ ਜਾਵੇ ਪਰਮਾਤਮਾ ਦੀ, ਤਾਂ ਫਿਰ ਜੀਵ ਨੂੰ ਪਤਾ ਚੱਲ ਜਾਂਦਾ ਕਿ ਮੈਂ ਕਿਸ ਦੇ ਅੱਗੇ ਪੁਕਾਰ ਕਰਾਂ। ਉਹਨੂੰ ਇਹ ਸਮਝ ਆ ਜਾਂਦੀ ਹੈ ਮੈਂ ਬਸ ਗੁਣਾਂ ਨੂੰ ਇਕੱਤਰ ਕਰੀ ਚੱਲਾਂ, ਪ੍ਰਭੂ ਆਪੇ ਹੀ ਰਹਿਮਤ ਕਰੀ ਚੱਲੇਗਾ। ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਨਾਨਕ ਨਾਮ ਰਤੇ ਸਹਿਜੇ ਮਿਲੇ। ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਰਤੇ ਜਾਂਦੇ ਨੇ ਉਹ ਸਹਿਜੇ ਹੀ ਪਰਮਾਤਮਾ ਨੂੰ ਮਿਲ ਪੈਂਦੇ ਨੇ, ਉਹਨਾਂ ਨੂੰ ਆਤਮਿਕ ਅਡੋਲਤਾ ਹਾਸਲ ਹੋ ਜਾਂਦੀ ਹੈ। ਸ਼ਬਦ ਗੁਰੂ ਕੈ ਘਾਲ,
ਉਹ ਗੁਰੂ ਦੇ ਸ਼ਬਦ ਦੀ ਘਾਲ ਕਮਾਈ ਕਰਦੇ ਨੇ, ਗੁਰੂ ਦੇ ਸ਼ਬਦ ਦੀ ਘਾਲਣਾ ਘਾਲਦੇ ਨੇ, ਤਾਂ ਕਿ ਸਹਿਜੇ ਉਸ ਨੂੰ ਪ੍ਰਭੂ ਪਰਮਾਤਮਾ ਦੀ ਰਹਿਮਤ ਵਰਤ ਜਾਂਦੀ ਹੈ। ਅਗਲਾ ਸ਼ਲੋਕ ਹੀ ਨਾਲ ਆਪਾਂ ਵਿਚਾਰ ਲੈਣਾ, ਕਿਉਂਕਿ ਉਹ ਵੀ ਸ਼ਲੋਕ ਦੋਨੋਂ ਜਿਹੜੇ ਹਨ ਉਹ ਇੱਕ ਹੀ ਪ੍ਰਕਰਨ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੂਜੇ ਸ਼ਲੋਕ ਵਿੱਚ ਕਹਿ ਰਹੇ ਨੇ, ਮਹੱਲਾ ਤੀਜਾ, ਬਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ। ਹੁਣ ਜਦੋਂ ਜੀਵ ਰੂਪੀ ਪਪੀਹਾ ਪ੍ਰਭੂ ਪਰਮਾਤਮਾ ਦੀ ਨਿਗਾਹ ਦਾ ਪਾਤਰ ਬਣਦਾ ਹੈ ਤੇ ਉਹ ਬੇਨਤੀਆਂ ਕਰਦਾ ਹੈ ਬਾਰ-ਬਾਰ, ਇਹ ਵਾਹਿਗੁਰੂ ਕਿਰਪਾ ਕਰਕੇ ਮੈਨੂੰ ਜੀ ਦਾਨ ਦਿਓ, ਉਹ ਮੇਰੇ ਤੇ ਰਹਿਮਤ ਕਰ ਦਿਓ ਕਿ ਮੇਰੀ ਜਿੰਦ ਨੂੰ ਆਪਣੇ ਨਾਮ ਦਾ ਦਾਨ ਦੇ ਦਿਓ। ਇਹ ਬੇਨਤੀ ਜੀਵ ਰੂਪੀ ਪਪੀਹਾ ਕਰਦਾ ਹੈ। ਤੇ ਸਾਹਿਬ ਕਹਿੰਦੇ, ਜਲ ਬਿਨ ਪਿਆਸ ਨ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ। ਜਦੋਂ ਇਹ ਸਮਝ ਆ ਜਾਂਦੀ ਹੈ ਨਾ ਕਿ ਮੈਂ ਗੁਣਾਂ ਦਾ ਤਿਆਗ, ਗੁਣਾਂ ਨੂੰ ਗ੍ਰਹਿਣ ਕਰਕੇ ਔਗੁਣਾਂ ਦਾ ਤਿਆਗ ਕਰਨਾ ਹੈ, ਤਾਂ ਫਿਰ ਜੀਵ ਮੰਗਦਾ ਪਰਮਾਤਮਾ ਦੇ ਕੋਲੋਂ ਨਾਮ ਰਾਹੀਂ ਗੁਣ ਹਾਸਲ ਹੁੰਦੇ ਨੇ। ਸਤਿਗੁਰੂ ਕਹਿੰਦੇ, ਜੀਵ ਰੂਪੀ ਪਪੀਹਾ ਮੰਗਦਾ ਪਰਮਾਤਮਾ ਦੇ ਕੋਲੋਂ ਨਾਮ ਮੰਗਦਾ, ਉਹ ਕਹਿੰਦਾ, ਹੇ ਵਾਹਿਗੁਰੂ ਆਪਣੇ ਨਾਮ ਦੀ ਦਾਤ ਦੇਹ, ਇਹਦੇ ਨਾਲ ਮੇਰੀ ਪਿਆਸ ਉਤਰ ਜਾਏਗੀ। ਜੇ ਮੈਨੂੰ ਨਾਮ ਨਹੀਂ ਮਿਲਦਾ ਤੇ ਮੇਰੇ ਪ੍ਰਾਣ ਜਾਂਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉਂ। ਜੇ ਤੇਰਾ ਨਾਮ ਨਹੀਂ ਮਿਲਦਾ ਤਾਂ ਇਹਦੇ ਨਾਲ ਮੇਰੇ ਪ੍ਰਾਣ ਜਾਂਦੇ ਹਨ। ਤੂੰ ਸੁਖ ਦਾਤਾ ਬੇਅੰਤ ਹੈ, ਗੁਣ ਦਾਤਾ ਨਿਧਾਨ। ਇਹ ਸਮਝ ਆ ਜਾਂਦੀ, ਮੈਂ ਗੁਣ ਕਿਹਦੇ ਕੋਲੋਂ ਇਕੱਤਰ ਕਰਾਂ, ਕਿਹਦੇ ਕੋਲੋਂ ਗੁਣ ਹਾਸਲ ਕਰਾਂ। ਉਹ ਪਰਮਾਤਮਾ ਹੀ ਸੁੱਖਾਂ ਦਾ ਦਾਤਾ ਤੇ ਗੁਣ ਦਾਤਾ, ਭਾਵ ਕਿ ਗੁਣਾਂ ਦਾ ਖਜ਼ਾਨਾ ਹੈ। ਸਾਹਿਬ ਜੀ ਕਹਿੰਦੇ, ਜੀਵ ਰੂਪੀ ਪਪੀਹਾ ਫਿਰ ਬੇਨਤੀ ਕਰਦਾ ਉਸ ਪਰਮਾਤਮਾ ਦੇ ਅੱਗੇ, ਐ ਸੁਖ ਦਾਤੇ, ਐ ਬੇਅੰਤ ਗੁਣਾਂ ਦੇ ਮਾਲਕ, ਐ ਗੁਣ ਦਾਤਾ ਜੀ, ਗੁਣਾਂ ਦੇ ਖਜ਼ਾਨੇ ਜੀਓ, ਕਿਰਪਾ ਕਰਕੇ ਆਪਣੇ ਖਜ਼ਾਨੇ ਦੇ ਵਿੱਚੋਂ ਗੁਣਾਂ ਦੀ ਦਾਤ ਬਖਸ਼ੋ। ਨਾਨਕ ਗੁਰਮੁਖ ਬਖਸ਼ ਲੈ, ਅੰਤ ਬੇਲੀ ਹੋਏ ਭਗਵਾਨ। ਸਾਹਿਬ ਕਿਰਪਾ ਕਰਦੇ ਨੇ ਕਿ ਜਿਹੜਾ ਜੀਵ ਗੁਰੂ ਦੇ ਮਾਰਗ ਤੇ ਚੱਲਦਾ, ਫਿਰ ਪਰਮਾਤਮਾ ਕਿਰਪਾ ਕਰਕੇ ਉਹਨੂੰ ਬਖਸ਼ ਲੈਂਦਾ ਹੈ। ਤੇ ਅੰਤ ਸਮੇਂ ਤੇ ਬੇਲੀ ਕੌਣ ਹੁੰਦਾ ਹੈ? ਭਗਵਾਨ ਤੋਂ ਭਾਵ ਹੈ ਪਰਮਾਤਮਾ। ਵਾਹਿਗੁਰੂ ਪਰਮਾਤਮਾ ਹੀ ਉਹਨਾਂ ਦਾ ਸਹਾਈ ਹੁੰਦਾ ਹੈ, ਉਹਨਾਂ ਦਾ ਬੇਲੀ ਬਣਦਾ ਹੈ। ਕਿੰਨਾ ਦਾ? ਜਿਹੜੇ ਜੀਵ ਗੁਣ ਗਹਿਣ ਕਰ ਕਰਕੇ ਪ੍ਰਭੂ ਦੀ ਨਿਗਾਹ ਦੇ ਪਾਤਰ ਬਣਦੇ ਜਾਂਦੇ ਹਨ। ਜਦੋਂ ਅਸੀਂ ਇਹਨਾਂ ਗੁਣਾਂ ਨੂੰ ਤੱਕਦੇ ਹਾਂ ਤੇ ਸਾਡੇ ਸਾਹਮਣੇ ਕਈ ਪ੍ਰਮਾਣ ਆ ਜਾਂਦੇ, ਕਈ ਸਾਖੀਆਂ ਆ ਜਾਂਦੀਆਂ ਨੇ ਕਿ ਮਨੁੱਖ ਦੇ ਅੰਦਰ ਕਿਸ ਤਰ੍ਹਾਂ ਦੇ ਚੰਗੇ ਗੁਣਾਂ ਕਰਕੇ ਉਹਦੀ ਵਡਿਆਈ ਪ੍ਰਭਤਾ ਸੰਸਾਰ ਵਿੱਚ ਹੁੰਦੀ ਹੈ। ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਕਈ ਵਾਰ ਉਹਨਾਂ ਦੇ ਪ੍ਰਮਾਣ ਲਏ ਨੇ, ਉਹਨਾਂ ਦੇ ਸੰਬੰਧਿਤ ਜੀਵਨ ਵਿੱਚੋਂ ਚੰਗੀਆਂ ਗੱਲਾਂ ਮਿਲਦੀਆਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਤੁਰੇ ਜਾਂਦੇ ਸਨ ਤੇ ਕਹਿੰਦੇ ਨੇ ਇੱਕ ਮਾਈ ਨੇ ਆਪਣੇ ਘਰ ਵਿੱਚੋਂ ਤਵਾ ਲਿਆ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ਦੇ ਨਾਲ, ਉਹਨਾਂ ਦੀ ਪੁਸ਼ਾਕ ਦੇ ਨਾਲ ਘਸਾਉਣਾ ਸ਼ੁਰੂ ਕਰ ਦਿੱਤਾ। ਤੇ ਜਿਹੜੇ ਨਾਲ ਸਨ ਉਹਨਾਂ ਨੇ ਪੁੱਛਿਆ ਵੀ ਮਾਈ ਏਡੀ ਸੋਹਣੀ ਪੁਸ਼ਾਕ ਪਾਈ ਹੈ ਮਹਾਰਾਜੇ ਰਣਜੀਤ ਸਿੰਘ ਨੇ, ਤੂੰ ਤਵਾ ਨਾਲ ਲਾ ਕੇ ਤੇ ਮਹਾਰਾਜੇ ਦੀ ਪੁਸ਼ਾਕ ਜਿਹੜੀ ਹੈ ਇਹ ਖਰਾਬ ਕਰ ਦਿੱਤੀ ਹੈ। ਤੇ ਉਸ ਨੇ ਕਿਹਾ, ਮੈਂ ਸੁਣਿਆ ਰਣਜੀਤ ਸਿੰਘ ਪਾਰਸ ਹੈ ਤੇ ਮੈਂ ਤਾਂ ਲਿਆਈ ਸਾਂ ਕਿ ਇਹਦੇ ਨਾਲ ਲੋਹਾ ਘਸਾਵਾਂ ਤੇ ਸੋਨਾ ਬਣ ਜਾਏਗਾ ਮੇਰਾ ਤਵਾ। ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਮਾਂ ਮੈਂ ਹੈ ਤਾਂ ਪਾਰਸ ਨਹੀਂ, ਮੈਂ ਪਾਰਸ ਤਾਂ ਨਹੀਂ ਹੈ, ਪਰ ਜੇ ਤੂੰ ਇਹ ਆਸ ਕਰਕੇ ਆਈ ਹੈ। ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਿਹੜਾ ਖਜ਼ਾਨਚੀ ਸੀ ਉਹਨੂੰ ਕਿਹਾ, ਕਹਿਣ ਲੱਗੇ ਇਸ ਮਾਈ ਦਾ ਇੱਕ ਬੰਨੇ ਤਵਾ ਪਾ ਦਿਓ, ਦੂਜੇ ਬੰਨੇ ਸੋਨੇ ਦੀਆਂ ਮੋਹਰਾਂ ਪਾ ਦਿਓ। ਇਹ ਗੁਣ ਜਿਹਦੇ ਕੋਲ ਨੇ ਉਹਨਾਂ ਦੀ ਵਡਿਆਈ ਹੁੰਦੀ, ਉਹਨਾਂ ਦੀ ਪ੍ਰਭਤਾ ਹੁੰਦੀ ਹੈ। ਤੇ ਕਹਿਣ ਲੱਗੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਤੁਰੇ ਜਾਂਦੇ ਸਨ ਤੇ ਬੱਚੇ ਅੱਗੇ ਬੇਰੀ ਤੋਂ ਬੇਰ ਲਾਉਂਦੇ ਪਏ ਸਨ। ਤੇ ਜਦੋਂ ਬੱਚਿਆਂ ਨੇ ਢੀਮਾਂ ਮਾਰੀਆਂ ਤੇ ਉਹ ਢੀਮ ਮਹਾਰਾਜਾ ਰਣਜੀਤ ਸਿੰਘ ਦੇ ਆ ਕੇ ਵੱਜ ਗਈ। ਬੱਚੇ ਇੱਕਦਮ ਭੈ ਭੀਤ ਹੋ ਗਏ ਕਿ ਮਹਾਰਾਜਾ ਦੇ ਢੀਮ ਵੱਜੀ, ਹੁਣ ਸਾਡਾ ਬਚਾਅ ਕੋਈ ਨਹੀਂ। ਮਹਾਰਾਜਾ ਰਣਜੀਤ ਸਿੰਘ ਨੇ ਕੋਲ ਸੱਦਿਆ ਤੇ ਉਹਨਾਂ ਬੱਚਿਆਂ ਨੂੰ ਪੁੱਛਦਾ ਕਿ ਤੁਸੀਂ ਇਹ ਬੇਰੀ ਨੂੰ ਪੱਥਰ ਕਿਉਂ ਮਾਰਦੇ ਹੋ, ਢੀਮਾਂ ਕਿਉਂ ਮਾਰਦੇ, ਰੋੜੇ ਕਿਉਂ ਮਾਰਦੇ ਹੋ? ਉਹ ਕਹਿੰਦੇ ਬੇਰ ਇਸ ਬੇਰੀ ਨੂੰ ਬੜੇ ਮਿੱਠੇ ਲੱਗੇ ਨੇ, ਪੱਕੇ ਨੇ ਬੇਰ, ਤੇ ਅਸੀਂ ਉਹ ਲਾਹਣ ਵਾਸਤੇ ਇਹ ਰੋੜੇ ਮਾਰੇ, ਸਾਡੇ ਕੋਲੋਂ ਗਲਤੀ ਹੋ ਗਈ, ਇਹ ਢੀਮ ਵੱਜ ਗਈ। ਮਹਾਰਾਜਾ ਰਣਜੀਤ ਸਿੰਘ ਕਹਿੰਦਾ, ਮੈਂ ਇਸ ਬੇਰੀ ਤੋਂ ਤੇ ਮਾੜਾ ਨਹੀਂ ਨਾ, ਮੈਂ ਜੇ ਮੈਨੂੰ ਰੱਬ ਨੇ ਇੰਨਾ ਕੁਝ ਦਿੱਤਾ ਹੈ ਤਾਂ ਮੈਂ ਬੇਰੀ ਤੋਂ ਮਾੜਾ ਨਹੀਂ। ਜੇ ਬੇਰੀ ਰੋੜੇ ਖਾ ਕੇ ਵੀ ਤੁਹਾਨੂੰ ਬੇਰ ਦਿੰਦੀ ਹੈ ਤੇ ਰਣਜੀਤ ਸਿੰਘ ਪੱਥਰ ਖਾ ਕੇ ਤੁਹਾਨੂੰ ਕੁਝ ਦੇਗਾ ਨਹੀਂ। ਕਹਿਣ ਲੱਗੇ ਨਾ ਬੱਚਿਆਂ ਨੂੰ ਸੋਨੇ ਦੀਆਂ ਮੋਹਰਾਂ ਦੇ ਦਿਓ, ਵੰਡੋ ਸੋਨੇ ਦੀਆਂ ਮੋਹਰਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜਾ ਸੁੰਦਰ ਪ੍ਰਮਾਣ ਇਸ ਤਰ੍ਹਾਂ ਇਸ ਸੰਬੰਧ ਵਿੱਚ ਦਿੱਤਾ ਹੈ, ਇੱਕ ਦਰਖਤ ਦੀ ਉਦਾਹਰਨ ਦੇ ਕੇ। ਭਾਈ ਸਾਹਿਬ ਜੀ ਕਹਿੰਦੇ ਨੇ, ਸਿਰ ਤਲਵਾਇਆ ਜੰਮਿਆ ਹੋਏ ਅਚਲ ਨਾ ਚੱਲਿਆ। ਕਹਿਣ ਲੱਗੇ ਜਿਹੜੇ
ਗੁਣ ਆਪਣੇ ਅੰਦਰ ਗ੍ਰਹਿਣ ਕਰ ਲੈਂਦੇ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਬਣ ਜਾਂਦਾ। ਇੱਕ ਦਰਖਤ ਨੂੰ ਉਦਾਹਰਨ ਬਣਾ ਕੇ ਭਾਈ ਸਾਹਿਬ ਜੀ ਕਹਿੰਦੇ ਨੇ, ਉਹਦੇ ਤੋਂ ਸਿੱਖਿਆ ਲੈ ਲੈਂਦੇ ਨੇ ਕਿ ਸਿਰ ਤਲਵਾਇਆ ਜੰਮਿਆ ਕੋਈ ਅਚਲ ਨਾ ਚੱਲਿਆ। ਜ਼ਮੀਨ ਦੇ ਵਿੱਚ ਜਿਹੜਾ ਦਰਖਤ ਹੈ ਉਹਦਾ ਸਿਰ, ਭਾਵ ਕਿ ਦਰਖਤ ਦੀਆਂ ਜੜ੍ਹਾਂ ਪਾਤਾਲ ਵਿੱਚ ਨੇ, ਉਹ ਜ਼ਮੀਨ ਦੇ ਉੱਤੇ, ਧਰਤੀ ਉੱਤੇ ਜਿੱਥੇ ਮਹਿਕ ਵੰਡਦਾ ਪਿਆ, ਫਲ ਵੰਡਦਾ ਪਿਆ, ਤੇ ਭਾਈ ਸਾਹਿਬ ਜੀ ਕਹਿੰਦੇ ਦੁੱਖ ਕਿੰਨੇ ਸਹਾਰਦਾ ਹੈ। ਭਾਈ ਗੁਰਦਾਸ ਕਹਿੰਦੇ ਪਾਣੀ ਪਾਲਾ ਧੁੱਪ ਸਹਿ, ਪਾਣੀ ਦੀ ਮਾਰ ਵੀ ਉਹਨੂੰ ਪੈਂਦੀ ਹੈ, ਧੁੱਪ ਦੀ ਮਾਰ ਵੀ ਉਹਨੂੰ ਪੈਂਦੀ ਹੈ, ਠੰਡ ਦੀ ਮਾਰ ਵੀ ਦਰਖਤ ਨੂੰ ਪੈਂਦੀ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਉਹ ਤਪੋ ਨਾ ਟਲਿਆ, ਪਰ ਫਿਰ ਵੀ ਆਪਣਾ ਸੁਭਾਅ ਨਹੀਂ ਉਹ ਛੱਡਦਾ। ਇਹ ਨਹੀਂ ਕਿ ਜੇ ਦਰਖਤ ਨੂੰ ਬਹੁਤੀ ਧੁੱਪ ਆ ਗਈ, ਬਹੁਤੀ ਠੰਡ ਆ ਗਈ, ਪਾਣੀ ਜ਼ਿਆਦਾ ਆ ਗਿਆ, ਤੇ ਉਸ ਦਰਖਤ ਨੇ ਆਪਣਾ ਸੁਭਾਅ ਹੀ ਛੱਡਤਾ, ਉਹ ਆਪਣਾ ਸੁਭਾਅ ਨਹੀਂ ਤਿਆਗਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਫਲਿਓ ਬਿਰਖ ਸੁਹਾਵੜਾ, ਫਲ ਸੁਫਲ ਫਲਿਆ। ਉਹ ਜਿਹੜਾ ਫਲ ਹੈ, ਉਹ ਜਿਹੜਾ ਬੂਟਾ ਹੈ, ਫਲਾਂ ਦੇ ਨਾਲ ਭਰਪੂਰ ਹੋ ਗਿਆ, ਉਸ ਨੂੰ ਫਲ ਲੱਗੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਫਲ ਦੇ ਵੱਟ ਵਗਾਇਆ। ਵੱਟ ਵਗਾਇਆ ਦਾ ਮਤਲਬ ਵੱਟੇ ਖਾ ਕੇ। ਹੁਣ ਜਦੋਂ ਕੋਈ ਪੱਥਰ ਮਾਰਦਾ ਦਰਖਤਾਂ ਨੂੰ, ਤੇ ਦਰਖਤ ਅੱਗੋਂ ਫਲ ਹੀ ਉਸ ਨੂੰ ਦਿੰਦਾ ਨਾ, ਉਹਦੇ ਨਾਲ ਕੋਈ ਗਿਲਾ ਤਾਂ ਨਹੀਂ ਕਰਦਾ, ਕੋਈ ਉਹਦਾ ਨੁਕਸਾਨ ਤਾਂ ਨਹੀਂ ਕਰਦਾ। ਭਾਈ ਸਾਹਿਬ ਜੀ ਕਹਿੰਦੇ ਨੇ ਵੱਟ ਖਾ ਕੇ, ਵੱਟੇ ਪੱਥਰ ਖਾ ਕੇ ਉਹ ਫਲ ਦਿੰਦਾ ਹੈ। ਭਾਈ ਸਾਹਿਬ ਕਹਿੰਦੇ ਕਰਵੱਤ ਨਾ ਹਲਿਆ। ਜੇ ਉਹਦੇ 'ਤੇ ਕੋਈ ਆਰਾ ਵੀ ਚਲਾ ਦੇਵੇ, ਆਰੇ ਚਲਾਉਣ ਵਾਲੇ ਨੂੰ ਵੀ ਦਰਖਤ ਕੁਝ ਨਹੀਂ ਕਹਿੰਦਾ। ਤੇ ਭਾਈ ਸਾਹਿਬ ਕਹਿੰਦੇ ਬੁਰੇ ਕਰਨ ਬੁਰਿਆਈਆਂ, ਭਲਿਆਈ ਭਲਿਆ। ਆਮ ਤੌਰ 'ਤੇ ਦੁਨੀਆ ਵਿੱਚ ਬੰਦਾ ਕਹਿੰਦਾ ਜੇ ਇਹਨੇ ਮੇਰੇ ਨਾਲ ਆਹ ਕੀਤਾ, ਮੈਂ ਇਹਦੇ ਨਾਲ ਵੀ ਇਹੀ ਕਰਨਾ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਜਿਹੜੇ ਰੱਬ ਦੇ ਨੇੜੇ ਹੋ ਜਾਂਦੇ ਆ, ਉਹ ਦਰਖਤ ਤੋਂ ਇਹ ਉਦਾਹਰਨ ਲੈਂਦੇ ਨੇ ਕਿ ਦਰਖਤ ਵੱਟੇ ਖਾ ਕੇ ਵੀ ਫਿਰ ਵੀ ਭਲਾ ਹੀ ਕਰਦਾ ਹੈ। ਉਹ ਬੁਰਿਆਈਆਂ ਕਰਨ ਵਾਲਿਆਂ ਦੇ ਨਾਲ ਵੀ ਭਲਾ ਹੀ ਲੋਚਦੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਬੁਰੇ ਕਰਨ ਬੁਰਿਆਈਆਂ, ਭਲਿਆਈ ਭਲਿਆ। ਅਵਗੁਣ ਕੀਤੇ ਗੁਣ ਕਰਨ। ਤੇ ਭਾਈ ਸਾਹਿਬ ਕਹਿੰਦੇ ਜਗ ਸਾਧ ਵਿਰਲਿਆ। ਭਾਈ ਵਿਰਲੇ ਉਹ ਮਨੁੱਖ ਹੋ ਸਕਦੇ ਹੈ ਜਿਹੜੇ ਬੁਰਾਈਆਂ ਕਰਨ ਵਾਲਿਆਂ ਨੂੰ ਵੀ, ਅਵਗੁਣ ਕਰਨ ਵਾਲਿਆਂ ਨੂੰ ਵੀ, ਤਾਂ ਵੀ ਉਹਨਾਂ ਨੂੰ ਗੁਣ ਹੀ ਵੰਡਣ। ਕੋਈ ਉਹਨਾਂ ਨਾਲ ਬੁਰਾ ਕਰਦਾ, ਮਾੜਾ ਕਰਦਾ, ਤਾਂ ਵੀ ਉਹਦਾ ਭਲਾ ਹੀ ਸੋਚ ਲੋਚਦੇ ਨੇ। ਬਾਬਾ ਫਰੀਦ ਸਾਹਿਬ ਜੀ ਵਰਗੇ ਤਾਂ ਇਹ ਸ਼ਬਦ ਕਹਿੰਦੇ ਨੇ ਕਿ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਇਹ ਮਸਲਾ ਆ ਗਿਆ ਕਿ ਭਾਈ ਜੱਗੇ ਨੂੰ ਕੁਝ ਸਿੱਖਾਂ ਨੇ ਕੁੱਟ ਦਿੱਤਾ ਹੈ, ਇਸ ਕਰਕੇ ਕੁੱਟਿਆ ਹੈ ਕਿ ਮਹਾਰਾਜ ਤੁਸੀਂ ਉਹਨੂੰ, ਇਹ ਲਿਬੜਿਆ ਤਿਬੜਿਆ ਹੁੰਦਾ ਹੈ, ਇਹ ਘੋੜੇ ਦੀ ਲਿੱਦ ਢਾਉਂਦਾ ਹੁੰਦਾ ਹੈ, ਇਹ ਜਦੋਂ ਘੱਟੇ ਮਿੱਟੀ ਨਾਲ ਵੀ ਲਿਬੜਿਆ ਹੋਵੇ ਤੁਸੀਂ ਆਉਂਦੇ ਹੋ ਘੁੱਟ ਕੇ ਜੱਫੀ ਪਾ ਲੈਂਦੇ ਹੋ, ਅਸੀਂ ਚਿੱਟੇ ਲੀੜੇ ਪਾ ਕੇ ਤੁਰੇ ਫਿਰਦੇ ਹਾਂ, ਸਾਨੂੰ ਕਦੀ ਗੱਲ ਵਕੜੀ 'ਚ ਹੀ ਨਹੀਂ ਲਿਆ। ਇਸ ਕਰਕੇ ਉਸ ਨੂੰ ਕੁੱਟਿਆ ਸੀ। ਤੇ ਭਾਈ ਜੱਗੇ ਨੂੰ ਗੁਰੂ ਸਾਹਿਬ ਨੇ ਕੋਲ ਸੱਦ ਕੇ ਕਿਹਾ, ਕਹਿਣ ਲੱਗੇ ਭਾਈ ਜੱਗਿਆ ਬਈ ਤੇਰੀ ਹਾਲਤ ਕਿੰਨੇ ਕੀਤੀ ਹੈ? ਤੇ ਉਹਨੇ ਇਹ ਨਹੀਂ ਕਿਹਾ ਮਹਾਰਾਜ ਆ ਬੈਠੇ ਜੇ ਵਿੱਚ ਫੜ ਲਓ ਇਹਨਾਂ ਨੂੰ। ਉਹਨੇ ਕਿਹਾ ਮਹਾਰਾਜ ਮੈਨੂੰ ਕੀ ਪੁੱਛਦੇ ਹੋ, ਆਪ ਹੀ ਕੁੱਟਣ ਵਾਲੇ ਹੋ। ਵੇਖੋ ਇੱਕ ਬਿਰਤੀ ਹੈ ਨਾ, ਮਹਾਰਾਜ ਤੁਸੀਂ ਆਪ ਹੀ ਤਾਂ ਕੁੱਟਿਆ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਤੈਨੂੰ ਜੱਗਿਆ ਕੁਝ ਨਹੀਂ ਕਿਹਾ। ਤੇ ਕਹਿੰਦਾ ਮਹਾਰਾਜ ਤੁਹਾਡੇ ਤੋਂ ਬਿਨਾਂ ਕੌਣ ਕੁੱਟ ਸਕਦਾ ਸੀ, ਉਹਨਾਂ ਵਿੱਚ ਵੀ ਤਾਂ ਤੁਸੀਂ ਬੈਠੇ ਹੋ ਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਉਹਨਾਂ ਨੂੰ ਕਹਿਣ ਲੱਗੇ ਜਿਹੜੇ ਵਿੱਚ ਹੀ ਬੈਠੇ ਸਨ। ਸਤਿਗੁਰੂ ਕਹਿਣ ਲੱਗੇ ਭਈ ਦੇਖ ਲਓ, ਤੁਸੀਂ ਕਹਿੰਦੇ ਸੀ ਇਹਨੂੰ ਕਿਉਂ ਪਿਆਰ ਕਰਦੇ ਹੋ? ਜਿਸ ਤਰ੍ਹਾਂ ਦੇ ਤੁਹਾਡੇ ਬਾਹਰੀ ਕੱਪੜੇ ਨੇ, ਜੱਗੇ ਦਾ ਹਿਰਦਾ ਉਤਰਾਂਦਾ ਹੈ, ਤੇ ਜਿੱਦਾਂ ਦਾ ਇਹਦੇ ਬਾਹਰੋਂ ਬਸਤਰ ਨੇ, ਤੁਸੀਂ ਅੰਦਰੋਂ ਉਦਰਾਂ ਦੇ ਜੇ। ਮੈਂ ਹਿਰਦੇ ਨੂੰ ਪਿਆਰ ਕਰਦਾ, ਮੈਂ ਸਰੀਰਾਂ ਨੂੰ ਨਹੀਂ, ਬਾਹਰੀ ਤਨ ਨੂੰ ਨਹੀਂ। ਤੋਂ ਕਹਿਣ ਤੋਂ ਭਾਵ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਭਾਈ ਇਹ 2 ਸ਼ਲੋਕ ਸਨ ਗੁਰੂ ਅਮਰਦਾਸ ਜੀ ਦੇ, ਜਿਨ੍ਹਾਂ ਵਿੱਚ ਮੇਰੇ ਸਾਹਿਬ ਨੇ ਕਿਹਾ ਜਿੰਨੇ ਵੀ ਜੀਵ ਗੁਣ ਇਕੱਤਰ ਕਰੀ ਚੱਲੇਗਾ, ਗੁਣ ਮਿਲਣੇ, ਗੁਣ ਦਾਤੇ ਕੋਲੋਂ ਨੇ, ਗੁਰੂ ਕੋਲੋਂ, ਪਰਮਾਤਮਾ ਕੋਲੋਂ ਨੇ, ਓਨਾ ਹੀ ਰੱਬ ਦੇ ਨੇੜੇ ਜੀਵ ਹੁੰਦਾ ਜਾਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਹੀ ਮੇਰਾ ਸਹਾਈ ਹੋਣਾ ਹੈ, ਅੰਤ ਸਮੇਂ 'ਤੇ ਵੀ ਮੇਰਾ ਬੇਲੀ ਉਸੇ ਨੇ ਬਣਨਾ ਹੈ। ਇਸ ਕਰਕੇ ਜੀਵ ਫਿਰ ਆਪਣੇ ਹਿਰਦੇ ਅੰਦਰ ਜਿਹੜਾ ਹੈ ਉਹ ਰੱਬੀ ਗੁਣਾਂ ਨੂੰ ਧਾਰਨ ਕਰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਕਿਰਪਾ ਕਰਨ, ਅਸੀਂ ਵੀ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਤੋਂ ਇਹੀ ਸੇਧ ਲਈਏ ਕਿ ਜਿੰਨਾ ਹੋ ਸਕੇ ਗੁਣ ਇਕੱਤਰ ਕਰੀਏ, ਔਗੁਣਾਂ ਦਾ ਤਿਆਗ ਕਰਨਾ ਚਾਹੀਦਾ ਹੈ। ਕਿਸੇ ਦੇ ਔਗੁਣ ਵੇਖ ਕੇ ਵੀ ਸਾਨੂੰ ਨਜ਼ਰ ਅੰਦਾਜ਼ ਕਰਨੇ ਚਾਹੀਦੇ। ਇਸੇ ਨੂੰ ਅਰਦਾਸ ਵਿੱਚ ਕਹਿੰਦੇ ਆ, ਦੇਖ ਕੇ ਅਣਡਿੱਠ ਕੀਤਾ। ਅਸੀਂ ਦੇਖ ਕੇ ਅਣਡਿੱਠ ਕਰਨ ਵਾਲੀ ਬਿਰਤੀ ਜਿਸ ਦਿਨ ਆ ਜਾਵੇਗੀ, ਉਸ ਦਿਨ ਲੜਾਈਆਂ ਝਗੜੇ ਇਹ ਵੀ ਜਿਹੜੇ ਆ ਇਹ ਖਤਮ ਹੋ ਜਾਣਗੇ। ਇਹ ਲੜਾਈਆਂ ਝਗੜੇ ਕਲੇਸ਼ ਵੀ ਬਹੁਤ ਐਸੇ ਕਰਕੇ ਹੁੰਦੇ ਆ ਕਿ ਫਲਾਣੇ ਨੇ ਜੀ ਐਂ ਕਰਤਾ ਜੀ, ਟਿਮਕੜੇ ਨੇ ਐਂ ਕਰਤਾ ਜੀ। ਸੋ ਜਦੋਂ ਸਾਨੂੰ ਇਹ ਸਮਝ ਆ ਗਈ ਕਿ ਨਹੀਂ ਭਾਈ, ਅਸੀਂ ਆਪ ਜੋ ਕੁਝ ਹਾਂ ਆਪਣੇ ਅੰਦਰ ਝਾਤ ਮਾਰਾਂਗੇ, ਉਹਦੇ ਨਾਲ ਫਿਰ ਸਾਡਾ ਆਪਣਾ ਜੀਵਨ ਵੀ ਚੰਗਾ ਬਣ ਜਾਂਦਾ ਹੈ।
ਦੂਜੇ ਦੇ ਵੀ ਵਾਸਤੇ ਅਸੀਂ ਕੁਝ ਚੰਗਾ ਸੋਚ ਸਕਦੇ ਹਾਂ। ਸਤਿਗੁਰਾਂ ਦੇ ਚਰਨਾਂ 'ਚ ਆ ਕੇ ਅਰਦਾਸ ਕਰੀਏ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।